ਮਤੀ ਰਸੂਲ ਦੀ ਰਾਹੀਂ ਲਿਖੀ ਗਈ ਅੰਜੀਲ ਉਹਦਾ 6 ਅਧਿਆਏ 5ਵੀਂ ਪੰਕਤੀ ਤੋਂ ਲੈ ਕੇ 15ਵੀਂ ਪੰਕਤੀ ਤੱਕ। ਦੁਆ ਦੇ ਬਾਰੇ ਤਾਲੀਮ। ਤੇ ਜਦ ਤੁਸੀਂ ਦੁਆ ਮੰਗੋ ਤੇ ਮਕਾਰਾਂ ਵਾਂਗੂ ਨਾ ਹੋਵੋ, ਕਿਉਂ ਜੋ ਉਹ ਇਬਾਦਤ ਖਾਨਿਆਂ ਵਿੱਚ ਤੇ ਚੌਂਕਾਂ ਦੇ ਮੋੜਾਂ ਉੱਤੇ ਖਲੋ ਕੇ ਦੁਆ ਮੰਗਣੀ ਪਸੰਦ ਕਰਦੇ ਨੇ, ਭਈ ਲੋਕ ਉਹਨਾਂ ਨੂੰ ਵੇਖਣ। ਮੈਂ ਤੁਹਾਨੂੰ ਸੱਚ ਆਖਣਾ ਪਈ, ਉਹਨਾਂ ਆਪਣਾ ਇਨਾਮ ਪਾ ਲਿਆ। ਪਰ ਤੂੰ ਜਦ ਦੁਆ ਮੰਗੇ ਤਦ ਆਪਣੀ ਕੋਠੜੀ ਵਿੱਚ ਜਾ ਤੇ ਬੂਹਾ ਮਾਰ ਕੇ ਆਪਣੇ ਬਾਪ ਤੋਂ ਜਿਹੜਾ ਪਰਦੇ ਵਿੱਚ ਦੁਆ ਮੰਗ, ਤੇ ਤੇਰਾ ਬਾਪ ਜਿਹੜਾ ਪਰਦੇ ਵਿੱਚ ਵੇਖ ਲੈਂਦਾ ਏ ਤੈਨੂੰ ਬਦਲਾ ਦੇਗਾ। ਦੁਆ ਮੰਗਦਿਆਂ ਹੋਰਨਾਂ ਕੌਮਾਂ ਵਾਂਗੂ ਬਕ ਨਾ ਕਰੋ, ਕਿਉਂ ਜੋ ਸਮਝਦੇ ਨੇ ਭਈ ਸਾਡੇ ਬਹੁਤਾ ਬੋਲਣ ਨਾਲ ਸਾਡੀ ਸੁਣੀ ਜਾਏਗੀ। ਸੋ ਤੁਸੀਂ ਉਹਨਾਂ ਵਾਂਗੂ ਨਾ ਹੋਵੋ, ਕਿਉਂ ਜੋ ਤੁਹਾਡਾ ਬਾਪ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਏ ਭਈ ਤੁਹਾਨੂੰ ਕਿਹੜੀਆਂ ਸ਼ੈਵਾਂ ਦੀ ਲੋੜ ਏ। ਸੋ ਤੁਸੀਂ ਇਸ ਤਰ੍ਹਾਂ ਦੁਆ ਮੰਗੋ, ਐ ਸਾਡੇ ਬਾਪ ਜੋ ਅਸਮਾਨਾਂ ਉੱਤੇ ਏ, ਤੇਰਾ ਨਾਮ ਪਾਕ ਮੰਨਿਆ ਜਾਏ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਵੇਂ ਆਸਮਾਨਾਂ ਉੱਤੇ ਪੂਰੀ ਹੁੰਦੀ ਏ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਤੇ ਸਾਡੀਆਂ ਕਸੂਰਾਂ ਨੂੰ ਬਖਸ਼ ਦੇ ਜਿਵੇਂ ਅਸਾਂ ਆਪਣੇ ਕਸੂਰ ਵਾਲਾਂ ਨੂੰ ਬਖਸ਼ ਦਿੱਤਾ ਏ। ਤੇ ਸਾਨੂੰ ਅਜ਼ਮਾਇਸ਼ ਵਿੱਚ ਨਾ ਲਿਆ, ਸਗੋਂ ਬੁਰਾਈ ਤੋਂ ਬਚਾ, ਕਿਉਂ ਜੋ ਬਾਦਸ਼ਾਹੀ ਤੇ ਕੁਦਰਤ ਤੇ ਜਲਾਲ ਹਮੇਸ਼ਾ ਤੀਕਰ ਤੇਰੇ ਹੀ ਨੇ। ਆਮੀਨ। ਕਿਉਂ ਜੋ ਜੇ ਤੁਸੀਂ ਲੋਕਾਂ ਨੂੰ ਉਹਨਾਂ ਦੀਆਂ ਤਕਸੀਰਾਂ ਬਖਸ਼ੋਗੇ ਤੇ ਤੁਹਾਡਾ ਅਸਮਾਨੀ ਬਾਪ ਤੁਹਾਨੂੰ ਵੀ ਬਖਸ਼ੇਗਾ, ਪਰ ਜੇ ਤੁਸੀਂ ਲੋਕਾਂ ਨੂੰ ਉਹਨਾਂ ਦੀਆਂ ਤਕਸੀਰਾਂ ਨਾ ਬਖਸ਼ੋਗੇ ਤੇ ਤੁਹਾਡਾ ਬਾਪ ਵੀ ਤੁਹਾਡੀਆਂ ਤਕਸੀਰਾਂ ਨਾ ਬਖਸ਼ੇਗਾ। ਆਮੀਨ।